ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਅੱਜ ਇੱਕ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਮੁਖਾਤਬ ਹੋਇਆ ਕਿ ਪੰਜਾਬ ਦੇ ਅੰਦਰ ਜਿੱਥੇ ਜਲੰਧਰ ਬਾਈਪੋਲ ਹੋ ਰਹੀ ਆ ਉਹਦੇ ਨਾਲ ਦੀ ਨਾਲ ਪੰਜਾਬ ਇੱਕੋ ਸੂਬਾ ਗਾ ਜਿੱਥੇ ਬਹੁ ਗਿਣਤੀ ਲਗਭਗ 34% ਆਬਾਦੀ ਜਿਹੜੀ ਆ ਅਨੁਸੂਚਿਤ ਜਾਤੀ ਜਨਜਾਤੀਆਂ ਦੀ ਆ, ਦਲਿਤ ਭਰਾਵਾਂ ਦੀ ਆ। ਉਹਨਾਂ ਨੂੰ ਲੈ ਕੇ ਕਾਂਗਰਸ ਪਾਰਟੀ ਪਿਛਲੇ 70 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਦਲਿਤਾਂ ਦੀ ਨੂੰ ਵੋਟ ਬੈਂਕ ਬਣਾ ਕੇ ਪੰਜਾਬ ਦੇ ਅੰਦਰ ਰਾਜ ਕਰਦੀ ਰਹੀ ਆ। ਪਰ ਸਹੂਲਤਾਂ ਅੱਜ ਤੱਕ ਪੰਜਾਬ ਦੇ ਜਿੰਨੇ ਵੀ ਗਰੀਬ ਲੋਕ ਨੇਗੇ, ਜਿੰਨੇ ਵੀ ਦਲਿਤ ਲੋਕ ਨੇਗੇ, ਉਹਨਾਂ ਨੂੰ ਬਲਕਿ ਗਾਹੇ ਵਗਾਹੇ ਉਹਨਾਂ ਨੂੰ ਕਾਂਗਰਸ ਪਾਰਟੀ ਜਿਹੜੀ ਆ ਉਹ ਗੁੰਮਰਾਹ ਕਰਦੀ ਰਹੀ ਆ। ਬੇਸਿਕ ਸਹੂਲਤਾਂ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਬੁਲੰਦ ਆਵਾਜ਼ 'ਚ ਕਿਹਾ ਸੀਗਾ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ। ਜਿਹੜੀ ਬੇਸਿਕ ਸਹੂਲਤ ਸੀ ਪੜ੍ਹਾਈ, ਐਜੂਕੇਸ਼ਨ, ਤਾਮੀਲ ਤੋਂ ਕਹਾਂ ਦੂਰ ਜਿਹੜਾ ਉਹ ਅੱਜ ਮੈਂ ਸਮਝਦਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਲੰਬੇ ਅਰਸੇ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਔਰ ਉਹ ਸਹੂਲਤਾਂ ਤੋਂ ਜਿਹੜਾ ਹੈਗਾ ਪੰਜਾਬ ਵਿੱਚ ਵਾਂਝੇ ਰੱਖਿਆ ਗਿਆ। ਪੰਜਾਬ ਦੇ ਅੰਦਰ ਥੋੜੇ ਸਮੇਂ ਦੇ ਲਈ 3-4 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ, ਪਹਿਲੇ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਪੰਜਾਬ ਦੇ ਅੰਦਰ ਕੋਡ ਆਫ ਕੰਡਕਟ ਜਦੋਂ ਇਲੈਕਸ਼ਨ ਹੋਣ ਵਾਲੀ ਸੀ ਚੰਦ ਦਿਨ ਪਹਿਲਾਂ ਇੱਕ ਚੈੱਕ ਜਿਹੜਾ ਸੀ ਉਹਨਾਂ ਨੇ ਡੇਰਾ ਬੱਲਾ ਦੇ ਸੰਤ ਜੀ ਨੂੰ ਜਿਹੜਾ ਸਮਰਪਿਤ ਕੀਤਾ ਸੀਗਾ। ਪਰ ਲੇਕਿਨ ਕਿਉਂ ਕੀਤਾ? 3 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਪਹਿਲਾਂ ਇਲੈਕਸ਼ਨ ਦਾ ਪਤਾ ਗਾ ਕਿ ਇਲੈਕਸ਼ਨ ਇਸ ਮਹੀਨੇ ਹੋਣੀ ਆ, ਪਰ ਲੇਕਿਨ 6 ਮਹੀਨੇ ਤੱਕ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਲਾਸਟ ਮੂਮੈਂਟ ਤੇ ਜਾ ਕੇ 2 ਦਿਨ ਪਹਿਲਾਂ ਜਦੋਂ ਪਤਾ ਸੀ ਕਿ ਕੱਲ ਨੂੰ ਕੋਡ ਆਫ ਕੰਡਕਟ ਲੱਗ ਜਾਣਾਗਾ, ਕੋਈ ਕੰਮ ਨਹੀਂ ਹੋਣਾ, ਸਿਰਫ ਤੇ ਸਿਰਫ ਵੋਟ ਲੈਣ ਦੀ ਰਾਜਨੀਤੀ, ਇੱਕ ਕੰਮ ਦੀ ਰਾਜਨੀਤੀ ਆ, ਇੱਕ ਵੋਟ ਲੈਣ ਦੀ ਰਾਜਨੀਤੀ ਆ। ਵੋਟ ਲੈਣ ਦੀ ਰਾਜਨੀਤੀ ਦੇ ਤਹਿਤ ਕਾਂਗਰਸ ਪਾਰਟੀ ਨੇ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਇਹ ਚੈੱਕ ਜਿਹੜਾ ਸੀਗਾ ਲਾਸਟ ਐਂਡ ਤੇ ਡਿਲੀਵਰ ਕੀਤਾ, ਲਾਸਟ ਟਾਈਮ ਤੇ ਡਿਲੀਵਰ ਕੀਤਾ ਤਾਂ ਕਿ ਜਿਹੜਾ ਉਹ ਉੱਥੇ ਜੋ ਅਧਿਐਨ ਸੈਂਟਰ ਬਣਨਾ ਸੀ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਜੋ ਅਧਿਐਨ ਸੈਂਟਰ ਬਣਨਾ ਸੀ ਉਹ ਸੈਂਟਰ ਨਾ ਬਣ ਸਕੇ। ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੇ ਉਹ ਜਿਹੜਾ ਚੈੱਕ ਸੀਗਾ ਉਹ ਫੈਗੈਂਡ ਦੇ ਉੱਤੇ ਜਦੋਂ ਕੋਡ ਆਫ ਕੰਡਕਟ ਜਿਹੜਾ ਲੱਗਣ ਵਾਲਾ ਸੀ ਉਦੋਂ ਜਾਰੀ ਕੀਤਾ। ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਮੈਂ ਸੈਕੰਡ ਬਜਟ ਪੰਜਾਬ ਦੇ ਅੰਦਰ ਪੇਸ਼ ਕਰ ਰਿਹਾ ਸੀਗਾ ਔਰ ਉਸ ਸਮੇਂ ਵੀ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੈਜਿਸਲੇਟਰ ਜਿਹੜੇ ਸੀ ਉਹਨਾਂ ਨੇ ਮੰਗ ਉਠਾਈ ਸੀ ਕਿ ਇੱਕ ਸਾਡੀ ਆ ਸਕੀਮ ਸ਼ੁਰੂ ਕੀਤੀ ਸੀ। ਮੈਂ ਸਾਰੀਆਂ ਸਕੀਮਾਂ ਦਾ ਕੱਲੀ ਸਕੀਮ ਦਾ ਜਵਾਬ ਦਿੱਤਾ ਸੀਗਾ ਕਿ ਜਦੋਂ ਕੋਡ ਆਫ ਕੰਡਕਟ ਲੱਗਣ ਵਾਲਾ ਸੀਗਾ ਕੋਈ ਸਕੀਮ 2 ਦਿਨ ਪਹਿਲਾਂ ਲਾਂਚ ਕੀਤੀ, ਕੋਈ ਸਕੀਮ 3 ਦਿਨ ਪਹਿਲਾਂ ਲਾਂਚ ਕੀਤੀ, ਕੋਈ 4 ਦਿਨ ਪਹਿਲਾਂ ਲਾਂਚ ਕੀਤੀ। ਯਾਨੀ ਕਿ ਪੂਰੇ ਪੌਣੇ 5 ਸਾਲ ਕਾਂਗਰਸ ਪਾਰਟੀ ਨੂੰ ਪੰਜਾਬ ਦਾ ਦਲਿਤ ਯਾਦ ਨਹੀਂ ਆਇਆ, ਪੰਜਾਬ ਦੇ ਗਰੀਬ ਲੋਕ ਯਾਦ ਨਹੀਂ ਆਏ, ਪੰਜਾਬ ਦੇ ਗਰੀਬ ਬੱਚਿਆਂ ਦਾ ਜਿਹੜਾ ਸਕਾਲਰਸ਼ਿਪ ਦਾ ਪੈਸਾ ਸੀਗਾ ਜਿਹੜਾ ਉਹਨਾਂ ਦੇ ਮਿਨਿਸਟਰ ਸਾਹਿਬ ਨੇ ਖਾਧਾ ਸੀਗਾ ਉਹ ਯਾਦ ਨਹੀਂ ਆਇਆ। ਇਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹਦੇ ਸਮੇਂ ਪੰਜਾਬ ਦੇ ਅਨੁਸੂਚਿਤ ਜਾਤੀ ਜਨਜਾਤੀ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਲਗਭਗ 64 ਕਰੋੜ ਰੁਪਇਆ ਪੰਜਾਬ ਦੇ ਅੰਦਰ ਖਾਧਾ ਗਿਆ। ਇਹ ਕਿਹਦੀ ਸਰਕਾਰ ਸੀ ਪੰਜਾਬ ਦੇ ਅੰਦਰ? ਕਾਂਗਰਸ ਪਾਰਟੀ ਦੀ ਸਰਕਾਰ ਸੀ। ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਦੇ ਸਮੇਂ ਇਸ ਵਜ਼ੀਫੇ ਦੇ ਵਿੱਚ ਘਪਲਾ ਹੋਇਆ, ਬਹੁਤ ਵੱਡਾ ਇੱਕ ਸਕੈਮ ਹੋਇਆ। ਉਹਦੀ ਜਾਂਚ ਕਰਦੇ ਉਸ ਘਪਲੇ ਦੀ ਜਾਂਚ ਕਰਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਸਮੇਂ ਹੋਇਆ ਉਸ ਸਕੈਮ ਨੂੰ ਵੀ ਜਾਰੀ ਰੱਖਿਆ ਔਰ ਉਸ ਸਕੈਮ ਚੋਂ ਵੀ ਪੈਸੇ ਖਾਦੇ। ਖੁਦ ਨਵਾਂ ਸਕੈਮ ਸੀ ਜਿਹੜਾ ਉਹ ਕਾਂਗਰਸ ਪਾਰਟੀ ਦੇ ਉਹਨਾਂ ਦੇ ਐਮਐਲਏ ਸਾਹਿਬਾਨ, ਮਿਨਿਸਟਰ ਸਾਹਿਬਾਨ ਨੇ ਉਸ ਸਮੇਂ ਕੀਤਾ ਔਰ ਚਰਨਜੀਤ ਸਿੰਘ ਚੰਨੀ ਨੇ ਇੱਕ ਕਾਰਵਾਈ ਨਹੀਂ ਕੀਤੀ ਕਿਸੇ ਮਿਨਿਸਟਰ ਦੇ ਖਿਲਾਫ, ਕਿਉਂਕਿ ਉਹ ਬਤੌਰ ਮੁੱਖ ਮੰਤਰੀ ਉਸ ਮਿਨਿਸਟਰ ਦੇ ਖਿਲਾਫ, ਉਸ ਅਫਸਰ ਦੇ ਖਿਲਾਫ, ਉਸ ਇੰਸਟੀਟਿਊਸ਼ਨ ਦੇ ਖਿਲਾਫ ਜਿਹਨੇ ਵੱਡਾ ਘਪਲਾ ਕੀਤਾ ਸੀ ਕਾਰਵਾਈ ਕਰਦੇ ਨਹੀਂ ਕੀਤੀ, ਕਿਉਂਕਿ ਕੋਈ ਵੀ ਦਲਿਤਾਂ ਦੇ ਪ੍ਰਤੀ ਕੋਈ ਵੀ ਮੋਹ ਨਹੀਂ ਸੀ, ਕੋਈ ਪਿਆਰ ਨਹੀਂ ਸੀ, ਬਲਕਿ ਦਲਿਤਾਂ ਦੇ ਨਾਂ ਦੇ ਉੱਤੇ, ਗਰੀਬਾਂ ਦੇ ਨਾਂ ਦੇ ਉੱਤੇ, ਅਨੁਸੂਚਿਤ ਜਾਤੀਆਂ ਦੇ ਨਾਂ ਦੇ ਉੱਤੇ ਵੋਟ ਜਿਹੜੀ ਲੈਣੀ ਸੀ ਇਸ ਗੱਲ ਕਰਕੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਸ ਸਮੇਂ ਪੰਜਾਬ ਦੇ ਅੰਦਰ ਜਿਹੜੇ ਸਟੂਡੈਂਟ ਸੀਗੇ, ਜਿਹੜੇ ਦਲਿਤ ਸਟੂਡੈਂਟ ਸੀ, ਗਰੀਬ ਸਟੂਡੈਂਟ ਸੀਗੇ, ਉਹਨਾਂ ਦੀ ਸੰਖਿਆ ਬਹੁਤ ਬੁਰੀ ਤਰ੍ਹਾਂ ਡਿਕਲਾਈਨ ਹੋਈ ਸੀਗੀ। ਉਹਨਾਂ ਦੀ ਸੰਖਿਆ ਲਗਭਗ 1 ਲੱਖ ਤੱਕ ਰਹਿ ਗਈ ਸੀਗੀ।
उस समय लगभग 1 ਲੱਖ तक रह गई सी, जी कि 2.5-3 ਲੱਖ तो उपर होंदी सी। पर लेकिन सरदार भगवंत सिंह मान जी की सरकार आने तो बाद वो संख्या जी स्कॉलरशिप के अधीन बच्चे आते हैं, ਜਿਹੜੇ SC बच्चे स्कॉलरशिप के अधीन आते हैं, अज उन्होंने संख्या वध के 2.5 ਲੱਖ हो चुकी आ। ये गवर्नमेंट के पोर्टल के उत्ते वो बच्चों की गिणती जी वध के 2.5 ਲੱਖ हो चुकी है, क्योंकि पंजाब के अंदर ईमानदार सरकार आई है, पंजाब के अंदर हरेक वर्ग का ख्याल रखने वाली सरकार आई है। अज वही गिणती जी 1 ਲੱਖ तो वध के 2.5 ਲੱਖ क्यों होगी? क्योंकि पंजाब के स्टूडेंट्स नूं, पंजाब के दलित विद्यार्थियों नूं, पंजाब के अनुसूचित जाति जनजाति के विद्यार्थियों को पता गा कि सानू स्कॉलरशिप मिलूगा, साडे स्कॉलरशिप के विच कोई कपड़ा नहीं होना, कोई ठगी नहीं बजनी, सानू पूरी डिग्री मिलनी आ। इस गल करके अज जी संख्या वध के 2.5 ਲੱਖ पंजाब के अंदर हो चुकी है। पंजाब के अंदर जो गल बाबा साहब भीमराव अंबेडकर जी ने कहा सीगा, पढ़ो जुड़ो की गल की सीगी, पढ़ो जुड़ो संघर्ष करो की गल की सी, उस नारे के तहत पूरी बुलंद तरीके दे नाल पंजाब के अंदर सरदार भगवंत सिंह मान जी ने स्कूल ऑफ एमिनेंस खुलने स्टार्ट होए नेगे। पंजाब का बच्चा बच्चा जानता कि जिन्ने भी सरकारी स्कूल नेगे उन्हां विच ज़्यादातर बच्चों की भरमार जिहड़ी आ, ज़्यादातर वो बच्चे दाखला लैंदे नेगे जिहड़े गरीब नेगे, जिहड़े फीस नहीं दे सकते, जिहड़े दलित नेगे, जिहड़े अनुसूचित जातियों को बिलोंग करते नेगे, जिहड़े होर सोसाइटी के गरीब विद्यार्थी ने उही जाके उत्थे एडमिशन लैंदे नेगे। सो उन्हां दे विच स्कूल ऑफ एमिनेंस खोलना इस गल का प्रतीक है कि असीं एजुकेशन नूं, असीं गरीब बच्चों की एजुकेशन उपर लैके जाना चाहुंदे हां। असीं चाहुंदे हां कि गरीबां दे बच्चे, आम जिहड़े दिहाड़ीदार लोग नेगे, जिहड़ा रिक्शा पुलर नेगे, जिहड़े बिल्कुल सोसाइटी के नीचे आउंदे नेगे, उन्हां दे बच्चे भी जिहड़े ने पढ़ के IAS बन, पढ़ के डॉक्टर बन, पढ़ के वकील बन, जज बन, पढ़ के IPS बन, तां ही जेकर स्कूल ऑफ एमिनेंस खोल रहे हैं तां ही वो बच्चे डॉक्टर ते इंजीनियर बन के जेकर स्कूल ऑफ एमिनेंस के दाखला होगा। ये तां असीं जिहड़े पंजाब के अंदर स्कूल ऑफ एमिनेंस बनने स्टार्ट होए ने, साडी जिहड़ी आ गरीब विद्यार्थियों के प्रति जिहड़ी आम आदमी पार्टी की पहुँच आ, सरदार भगवंत सिंह मान जी की पहुँच आ। इस तरह पंजाब के अंदर 300 यूनिट जिहड़े 300 यूनिट असीं फ्री ऑफ कॉस्ट इलैक्ट्रिसिटी दे रहे हैं, ਉਹਦੇ ਵਿੱਚ कोई 1 किलो वाट की शर्त नहीं हैगी, ਉਹਦੇ ਵਿੱਚ कोई 2 किलो वाट की शर्त नहीं हैगी, ਉਹਦੇ ਵਿੱਚ कोई आमदन की शर्त नहीं हैगी। कांग्रेस पार्टी के समय पता नहीं किन्नियां शर्तां लाइयां होईयां सीगियां, वक्रियां वक्रियां शर्तां, वड्डियां वड्डियां शर्तां कि 1 किलो वाट तो थल्ले लोड रहना चाहिएगा। 1 किलो वाट तो थल्ले लोड का मतलब आ कि सिर्फ जिहड़ा गरीब बच्चा व्यक्ति सीगा ਉਹਦੇ घर सिर्फ तो सिर्फ एक बल्ब जग सकता सीगा, इस तो सिवाय कुछ नहीं हो सकता सी। आम आदमी पार्टी की सरकार आई आ, 300 यूनिट जिथे सारी सोसाइटी दे रहे हैं, उत्थे दलितां दे उत्ते भी कोई भी किसी भी किस्म की जिहड़ी आ असीं शर्त नहीं लगाई कि उन्होंने जिहड़ी है इस शर्तां के तहत बिजली मिलूगी, मुफ्त बिजली मिलूगी। सो एक बड़ा फैसला जिहड़ा मैं समझदा पंजाब के दलितां के पक्ष दे विच सरदार भगवंत सिंह मान जी ने लिया। मैं कांग्रेस पार्टी के साबका मुख्यमंत्री ने पूछना चाहना कि जो पंजाब के अंदर लगभग 128 मौतां होईयां सीगियां जहरीली शराब पीण दे नाल, तुहाडा मूँह क्यों बंद सीगा? की तुसीं उदों भुल गए सी कि तुसीं दिल तो अज तुसीं मगरमच्छ दे हंझू बहा रहे हो? पंजाब दे विच बैठ के वोटां दा समां गा कि हाँ अज पंजाब के दलितां दीयां वोटां लैणियां ने, पंजाब के अनुसूचित जाति जनजाति लोकां दीयां वोटां लैणियां ने, अज तुसीं मगरमच्छ दे हंझू बहा रहे होगे? की तुसीं उदों मूँह खोलिया सीगा जदों तुहाडे भतीजे भुपिंदर सिंह हनी दे कोलों करोड़ां रुपया ईडी ने बरामद किया सीगा? उदों तुसीं क्यों चुप सीगे? क्योंकि पंजाब के अंदर कांग्रेस पार्टी की सरकार ने, पहला कैप्टन साहब ने, उस तो बाद चरणजीत सिंह चन्नी की सरकार ने लगातार पंजाब के अंदर भ्रिष्टाचार का अड्डा खोलिया होया सी। पंजाब के अंदर थां थां ते पंजाब के अंदर बोलियां लगदियां सी बदलियां दियां, पंजाब के अंदर भ्रिष्टाचार सिखरां दे उत्ते पहुंचा होया सीगा। तां ही अज इन्हां दे बहुत सारे मिनिस्टर कोई बीजेपी की शरण ले रहा और बहुत सारे जिहड़े अज पंजाब की विजिलेंस ब्यूरो ने फड़े हुए ने, कुछ अदालतां 'च बैठे ने, कुछ दे केस जिहड़े हैगे ने चल रहे ने। सो बिल्कुल अज कांग्रेस पार्टी जिहड़ी आ वो मैं समझदा अज एक भ्रिष्टाचार बचाओ, भ्रिष्टाचार नूं बचाउण दे लई जिहड़ा भ्रिष्टाचार का सिस्टम श्रोमणी अकाली दल बीजेपी ते कांग्रेस पार्टी ने मिलकर पंजाब के अंदर कायम किया गया। अज भ्रिष्टाचार नूं बचाउण दे लई कांग्रेस पार्टी जिहड़ी जोरदार मुहिम उन्हें चलाई हुई है। पर लेकिन दूजे पासे सरदार भगवंत सिंह मान जी ने बेहद ईमानदार व्यक्ति, असी भ्रिष्टाचार का खात्मा करने की मुहिम चलाई हुई है। बिल्कुल पंजाब के अंदर एक भी भ्रिष्टाचारी नहीं रहने देवांगे, पंजाब के अंदर भ्रिष्टाचार खत्म करांगे।
इस भ्रिष्टाचार ने पता नहीं किन्ने गरीब लोगों का वजीफा खादा गा। इस भ्रिष्टाचार ने पता नहीं किन्ने गरीब लोगों दी वर्दियां, गरीब विद्यार्थी ने वर्दियां खादियां नेगियां। इस भ्रिष्टाचार ने पता ही नहीं किन्ने गरीब लोगों का जिहड़ा इलाज, जिहड़ा मुफ्त इलाज होना हुंदा गा, उहदे पैसे खादे नेगे। सो ਜਿਹੜੀਆਂ ਸਕੀਮਾਂ मैं समझदा पंजाब के गरीब लोगों तक पहुंचनियां सी, अज वो सारियां स्कीमां किसी ना किसी समय दे, पुराने समय दे विच किसी ना किसी तरीके नाल भ्रिष्टाचार का शिकार सीगियां। अज वो सारियां स्कीमां का पैसा जिहड़ा कल्ला कल्ला पैसा जिहड़ा वो गरीब लोगों के खात्यां 'च भी पहुंच रहा है, स्कीमां दे राहीं उन्हां दे घरां तक पहुंच रहा है। और दूजे पासे जदों संत बल्ला डेरे के संत जिहड़े सी उन्हां नाल साडी गलबात हुई, बिल्कुल जिहड़ा ध्यान सेंटर श्री रविदास जी ध्यान सेंटर बनना सीगा, ਉਹਦੇ ਲਈ 25 करोड़ रुपया ਜਿਹੜਾ ਸੀ ਉਹ 31 ਮਾਰਚ ਤੋਂ ਪਹਿਲਾਂ ਜਾਰੀ ਕੀਤਾ ਗਿਆ। ਜੇਕਰ ਅਸੀਂ ਵੀ ਵੋਟਾਂ ਦੀ ਗੱਲ ਕਰਦੇ ਹੁੰਦੇ, ਜੇਕਰ ਅਸੀਂ ਵੀ ਰਾਜਨੀਤੀ ਵੋਟਾਂ ਵਾਲੀ ਕਰਦੇ ਹੁੰਦੇ ਤਾਂ ਅਸੀਂ ਵੀ ਜਾ ਕੇ ਫੈਗਣ ਦੇ ਉੱਤੇ 4.5 ਸਾਲਾਂ ਬਾਅਦ 3 ਸਾਲਾਂ ਬਾਅਦ ਜਾਂ 2027 ਦੀ ਇਲੈਕਸ਼ਨ ਮੂਹਰੇ ਰੱਖ ਕੇ ਜਾਂ 2024 ਦੀ ਇਲੈਕਸ਼ਨ ਮੂਹਰੇ ਰੱਖ ਕੇ ਉਹ ਪੈਸੇ ਜਾਰੀ ਕਰਦੇ। ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆ, ਬਿਲਕੁਲ ਜਿਹੜੀ ਕਮਿਟਮੈਂਟ ਆ, जो साडी ईमानदारी जिहड़ी कमिटमेंट आ वो ईमानदारी नाल निभाउने आगे। सो बिल्कुल पैसे जिहड़े नेगे असीं समा रहिंदे जारी कीते नेगे। और मेरी खुद संतां नाल गल होई है बैठ के, उन्हां नूं विश्वास साडे नाल वधिया है कि हाँ बिल्कुल समय सिर जिहड़ा हैगा गुरु रविदास अध्ययन सेंटर जिहड़ा गा बिल्कुल समय सिर बनूगा। और इस तो बिना होर भी जिन्नियां गारंटियां जिन्ने वादे अरविंद केजरीवाल जी ने, जिन्ने वादे सरदार भगवंत सिंह मान जी ने इलैक्शन दौरान कीते सीगे, वो सारे वादे एक एक करके पूरे होंगे। पर लेकिन मैं फिर दोहराना चाहूँगा कि पंजाब के अंदर भ्रिष्टाचार नहीं रहन देंगे, पंजाब के अंदरों भ्रिष्टाचार नूं खत्म करांगे। अज जिहड़ा भी व्यक्ति दलितां दे नां ते मगरमच्छ दे हंझू बहा रहे नेगे, जिहड़े साबका मुख्यमंत्री चरणजीत सिंह चन्नी जी दलितां दे नां ते मगरमच्छ दे हंझू बहा रहे नेगे, पंजाब के लोगों नूं पता गा कि उन्हां दे समय दौरान पंजाब के दलितां दे विद्यार्थियों का पैसा खादा गया, ਜਿਹੜੇ पढ़ाई के पैसे उन्होंने को आने से पैसे खाधे गए। पंजाब के अंदर दलितों के नाम वड्डियां वड्डियां खेडां खेडियां गईयां, लेकिन पंजाब के दलितों गरीब लोगों को कोई भी किसी भी स्कीम का कोई फायदा नहीं होया हैगा। सो बिल्कुल हुण लगातार जिन्नियां स्कीमां सरदार भगवंत सिंह मान जी अनाउंस करते हैं वो सारियां स्कीमां असीं पूरियां करदे हां। बाबा साहब भीमराव अंबेडकर जी की पिक्चर फोटो अज पंजाब के हरेक अदारे के अंदर, पंजाब के जनतक थावां दे उत्ते लगी हुई आ। इन्हां कांग्रेसियों नूं याद नहीं आया 75 साल ये बाबा साहब की मूर्ति ला के वोटां बटोरते रहे, पर लेकिन कदे सन्मान नहीं दिता गया। पर लेकिन आम आदमी पार्टी की सरकार ने, चाहे दिल्ली दे विच सरकार आ, चाहे पंजाब सरकार आ, लगातार बाबा साहब भीमराव अंबेडकर जी का सन्मान, शहीद आजम भगत सिंह का सन्मान बिल्कुल बरकरार आ। बिल्कुल जिहड़ा हैगा असीं लगातार जिहड़ा हैगा बाबा साहब तो जिहड़े सेध लैके लगातार संघर्ष कर रहे हैं और लोगों को सहूलतां दे रहे हैं। सो मगरमच्छ दे हंझू बहाने बंद करो। जिहड़ा भ्रिष्टाचार कीता पंजाब के बच्चे नूं पता है कि किड्डे किड्डे वड्डे वड्डे बैग पैसों के भरे हुए बैग तुहाडे भतीजे तो तुहाडे रिश्तेदारां तो बरामद होए सीगे। हुण जेकर विजिलेंस तुहानूं बुला रही है तो तुसीं ड्रामे कर रहे हो, ड्रामे करने बंद करो, सीधे जाके जिहड़ा विजिलेंस दा फेस करो। एक सवाल सर हो रहा है कि 16 तारीख ਨੂੰ अरविंद केजरीवाल जी ਨੂੰ सम्मन दिता गया दोनों से कर दो। देखिए जितने भी सबूत मनीष सिसोदिया जी के खिलाफ अदालत में इन्होंने पेश किए हैं, ईडी ने पेश किए हैं, उनमें एक भी सबूत नहीं है जिससे पता चलता हो कि हमारा कोई भी व्यक्ति किसी भी एक्साइज की पॉलिसी में जो बोल रहे हैं कि इन्वॉल्व है। बिल्कुल हमारी पार्टी नेशनल पार्टी बनी है। आज आम आदमी पार्टी 10 साल में लगातार देश में आगे बढ़ रही है और बीजेपी का लगातार हम विरोध कर रहे हैं। बीजेपी में अडानी का हमने विरोध किया, जितने बड़े घपले बीजेपी ने किए सबसे पहले आम आदमी पार्टी ने विरोध किया। सो बिल्कुल ईडी का, सीबीआई का दुरुपयोग जो है बीजेपी कर रही है। बीजेपी लगातार हमारे नेताओं के ऊपर झूठे केस बना रही है। बिल्कुल मैं समझता हूं कि ये बिल्कुल झूठा केस है, हमारी छवि को खराब करने के लिए, हमारे माननीय कन्वीनर जी की छवि को खराब करने के लिए ऐसा षड्यंत्र रचा जा रहा है। बिल्कुल हम इसको फेस करेंगे और देश के लोगों के सामने ये बात रखेंगे। चरणजीत सिंह चन्नी का जिक्र किया, चरणजीत सिंह चन्नी की हुण जिहड़ी जांच पड़ताल जारी है, विजिलेंस दफ्तर दे विच पुछगिछ हो रही है, लेकिन चरणजीत सिंह चन्नी कह रहे हैं मैनू मरवा दिता जाऊगा, मेरी प्रॉपर्टियां अटैच कर दित्तियां जाणगियां। वो कहंदे मेरी प्रॉपर्टी ते पहलां ही कुर्क होण वाली सी, मैं हाई कोर्ट तो इसकी स्टे लित्ती है।
ਦੇਖੋ ਜਿੰਨਾ ਵੀ ਵਿਅਕਤੀਆਂ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਟੈਕਸ ਪੇਅਰ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੈਸਾ ਲੁੱਟਿਆਗਾ, ਚਾਹੇ ਚਰਨਜੀਤ ਸਿੰਘ ਚੰਨੀ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਆ ਜਿਹਨੇ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆਗਾ, ਇੱਕ ਇੱਕ ਪੈਸਾ ਜਿਹੜਾ ਵਸੂਲ ਕੀਤਾ ਜਾਊਗਾ ਉਹ ਆਮ ਲੋਕਾਂ ਦੀ ਵੈਲਫੇਅਰ ਤੇ ਖਰਚ ਕੀਤਾ ਜਾਊਗਾ। ਬੜੇ ਦਾਅਵੇ ਨਾਲ ਕਹਿੰਦੇ ਆ ਕਿਉਂਕਿ ਇਹ ਪੈਸਾ ਕਿਹਦਾਗਾ, ਮੈਂ ਤੁਹਾਨੂੰ ਐਕਸਪਲੇਨ ਕਰਦਾ ਪੈਸਾ ਕਿੱਥੋਂ ਆਉਂਦਾਗਾ। ਪੈਸਾ ਲੋਕ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੰਦੇ ਨੇਗੇ। ਜਿਹੜਾ ਪੈਸਾ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਕੋਲੇ ਆਉਂਦਾਗਾ ਉਹੀ ਪੈਸਾ ਅੱਗੇ ਸਕੀਮਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਜਾ ਕੇ ਲੱਗਦਾਗਾ। ਜਿਹੜਾ ਉਸ ਪੈਸੇ ਦੇ ਵਿੱਚ ਘਪਲਾ ਕਰਦਾਗਾ, ਜਿਹੜਾ ਉਸ ਪੈਸੇ ਦੇ ਵਿੱਚ ਐਮਬੈਜ਼ਲਮੈਂਟ ਕਰਦਾਗਾ, ਇਹਦਾ ਮਤਲਬ ਕੀ ਆ, ਉਹ ਕਿੱਡਾ ਵੱਡਾ ਧੋਖਾ ਲੋਕਾਂ ਨਾਲ ਕਰ ਰਿਹਾ। ਸੋ ਬਿਲਕੁਲ ਅਜਿਹੇ ਲੋਕਾਂ ਨੂੰ ਅਸੀਂ ਨਹੀਂ ਬਖਸ਼ਾਂਗੇ, ਉਹਨਾਂ ਦੇ ਖਿਲਾਫ ਕਾਰਵਾਈ। ਯਾਨੀ ਇਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕੇਸਾਂ ਦੇ ਨਾਲ। ਬਿਲਕੁਲ ਜਿਨ੍ਹਾਂ ਨੇ ਵੀ ਘਪਲਾ ਕੀਤਾ ਉਹਨਾਂ ਸਭ ਦੀਆਂ ਪ੍ਰਾਪਰਟੀਆਂ ਅਟੈਚ ਹੋਣਗੀਆਂ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਇੱਕ ਇਲਜ਼ਾਮ ਲਗਾਇਆ, ਕਹਿੰਦੇ ਕਿ ਤਲਵੰਡੀ ਸਾਬੋ 'ਚ ਇੰਨੀ ਵੱਡੀ ਗਿਣਤੀ 'ਚ ਫੋਰਸ ਤਾਇਨਾਤ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ, ਤਾਂ ਕਰਕੇ ਸੰਗਤ ਨਹੀਂ ਪਹੁੰਚ ਰਹੀ। ਤੇ ਦੂਜੇ ਪਾਸੇ ਕਹਿੰਦੇ ਇੰਨੇ ਦਿਨ ਹੋ ਗਏ ਅੰਮ੍ਰਿਤਪਾਲ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਪਾਈ। ਚੰਨੀ ਨੇ ਵੀ ਕਿਹਾ ਕਿ ਦਫਾ 144 ਲਾਈ ਆ। ਦੇਖੋ ਮੈਂ ਸਮਝਦਾ ਅੱਜ ਲੱਖਾਂ ਦੀ ਗਿਣਤੀ ਦੇ ਅੰਦਰ ਸੰਗਤਾਂ ਨੇ ਜਾ ਕੇ ਦਮਦਮਾ ਸਾਹਿਬ ਜਾ ਕੇ ਦਰਸ਼ਨ ਕੀਤੇ ਨੇਗੇ, ਵਿਸਾਖੀ ਮਨਾਈ ਹੈਗੀ। ਅੱਜ ਸੁਖਬੀਰ ਸਿੰਘ ਬਾਦਲ ਜੀ ਕੋਲੇ ਬੋਲਣ ਲਈ ਕੁਝ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਅਮਨ ਕਾਨੂੰਨ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ, ਬਿਲਕੁਲ ਬਣਾ ਕੇ ਰੱਖਾਂਗੇ। ਇਹ ਉਹ ਸੁਖਬੀਰ ਸਿੰਘ ਬਾਦਲ ਜੀ ਨੇ, ਇਹ ਉਹ ਬਾਦਲ ਪਰਿਵਾਰ ਆ ਜਿਨ੍ਹਾਂ ਦੇ ਰਾਜ ਦੇ ਸਮੇਂ ਪੰਜਾਬ ਦੇ ਅੰਦਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ ਦੇ ਉੱਤੇ ਹੋਈ। ਇੱਕ ਵੀ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਇਹਨਾਂ ਦੀ ਸਰਕਾਰ ਉਸ ਸਮੇਂ ਫੇਲ ਹੋਈ। ਅੱਜ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਨਾਲ ਬੋਲ ਰਹੇ ਨੇ। ਅੱਜ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਜਿਹੜੀ ਆ ਉਹ ਕਾਇਮ ਆ ਗਈ, ਇਹਨੂੰ ਕਾਇਮ ਰੱਖਾਂਗੇ। ਮੁੱਖ ਮੰਤਰੀ ਸਾਹਿਬ ਨੇ 4 ਤਰੀਕ ਨੂੰ ਇੱਕ ਟਵੀਟ ਕੀਤਾ ਸੀਗਾ। ਮੁੱਖ ਮੰਤਰੀ ਸਾਹਿਬ ਨੇ ਕਿ ਡਰੱਗਸ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਸੀ ਕਿ ਡਰੱਗਸ ਦੀ ਰਿਪੋਰਟਸ ਕੁਝ ਜਿਹੜੀਆਂ ਨੇ ਉਹਨਾਂ ਕੋਲ ਪਹੁੰਚੀਆਂ ਨੇ। 4 ਅਪ੍ਰੈਲ ਨੂੰ ਇੱਕ ਟਵੀਟ ਕੀਤਾ ਸੀ ਕਿ ਡਰੱਗਸ ਦੇ ਕੁਝ ਲਿਫਾਫੇ ਬੰਦ ਪਏ ਸੀ ਹਾਈ ਕੋਰਟ ਦੇ ਵਿੱਚ, ਕਿ ਉਹ ਰਿਪੋਰਟਸ ਮੇਰੇ ਤੱਕ ਪਹੁੰਚੇ ਨੇ। ਕਹਿੰਦੇ ਆਪਾਂ ਕਾਰਵਾਈ ਕਰਾਂਗੇ ਇਹਦੇ ਉੱਤੇ ਬਣਦੀ ਹੋਈ। ਇੰਨੇ ਦਿਨ ਹੋ ਗਏ, ਕੀ ਕਾਰਵਾਈ ਇਹਦੇ ਉੱਤੇ ਕੀਤੀ ਗਈ ਹੈ? ਬਹੁਤ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇਗੀਆਂ। ਹਰ ਕਾਰਵਾਈ ਨੂੰ ਸਮਾਂ ਲੱਗਦਾ ਹੈਗਾ। ਉਹ ਰਿਪੋਰਟਾਂ ਜਿਹੜੀਆਂ ਡਰੱਗ ਦੀਆਂ ਰਿਪੋਰਟਾਂ ਕੋਈ 5 ਸਾਲ ਤੋਂ ਕੋਈ 10 ਸਾਲ ਤੋਂ, ਕਦੇ ਅਕਾਲੀ ਦਲ ਨੇ ਬਚਾ ਕੇ ਰੱਖੇ ਦੂਜੇ ਬੰਦੇ, ਕਦੇ ਕਾਂਗਰਸ ਪਾਰਟੀ ਨੇ ਬਚਾ ਕੇ ਰੱਖੇ। ਪਰ ਲੇਕਿਨ ਜਿਨ੍ਹਾਂ ਨੇ ਵੀ ਪੰਜਾਬ ਦੀਆਂ ਮਾਵਾਂ ਦੇ ਪੁੱਤ ਮਰਵਾਏ ਨੇਗੀਆਂ, ਭੈਣਾਂ ਦੇ ਭਰਾ ਮਰਵਾਏ ਨੇ ਕਿ ਡਰੱਗ ਦੇ ਦੀਨ ਲਿਆ ਕੇ ਨਸ਼ਾ ਪੰਜਾਬ ਦੇ ਅੰਦਰ ਲੈ ਕੇ ਆ ਕੇ, ਉਹ ਜਿਹੜਾ ਮਰਜ਼ੀ ਹੈ, ਚਾਹੇ ਵੱਡੀ ਮੱਛੀ ਹੈ ਚਾਹੇ ਛੋਟੀ ਮੱਛੀ ਹੈ, ਉਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਊਗੀ। ਥੋੜਾ ਸਮਾਂ ਲੱਗੂਗਾ। ਲਾਸਟ ਕੁਐਸਚਨ ਹੈ। ਹੁਣੇ ਚੰਨੀ ਜੀ ਬਾਹਰ ਨਿਕਲੇ, ਉਹ ਕਹਿੰਦੇ ਮੈਨੂੰ ਜਲੀਲ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜੋ ਮੇਰੇ ਸਾਥ ਕਰਨਾ ਤੁਸੀਂ ਕਰ ਲਓ, ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਉਹ ਬਿਨਾਂ ਵਜ੍ਹਾ ਜਿਹੜਾ ਹੈਗਾ ਇਹ ਸਾਰਾ ਪੋਲੀਟੀਕਲੀ ਵੈਂਡੇਟਾ ਦੇ ਚੱਲਦੇ ਸਾਰੀ ਚੀਜ਼ਾਂ। ਨਾ ਹੀ ਕਿਸੇ ਨੂੰ ਜਲੀਲ ਕੀਤਾ ਜਾ ਰਿਹਾ, ਨਾ ਹੀ ਕਿਸੇ ਨੂੰ ਬਦਨਾਮ ਕੀਤਾ ਜਾ ਰਿਹਾ। ਕਾਨੂੰਨ ਪਹਿਲੀ ਵਾਰ ਪੰਜਾਬ ਦੇ ਅੰਦਰ ਆਪਣਾ ਕੰਮ ਕਰ ਰਿਹਾ। ਪੰਜਾਬ ਦੇ ਅੰਦਰ ਕਾਨੂੰਨ ਦੇ ਹੱਥ ਪਹਿਲੀ ਵਾਰ ਖੋਲੇ ਗਏ ਨੇਗੇ। ਨਹੀਂ ਤਾਂ ਪੰਜਾਬ ਪੁਲਿਸ ਦਾ ਰਾਜਸੀਕਰਨ ਹੋ ਚੁੱਕਿਆ ਸੀਗਾ, ਉਹ ਰਾਜਸੀਕਰਨ ਬਿਲਕੁਲ ਬੰਦ ਆ। ਹੁਣ ਕਾਨੂੰਨ ਆਪਣਾ ਕੰਮ ਕਰ ਰਿਹਾ। ਜਦੋਂ ਕਾਨੂੰਨ ਆਪਣਾ ਕੰਮ ਕਰ ਰਿਹਾ, ਕਾਨੂੰਨ ਤੋਂ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਹੈਗਾ। ਕਾਨੂੰਨ ਤੋਂ ਕੋਈ ਵੀ ਵਿਅਕਤੀ ਨਹੀਂ ਵੱਡਾ ਨਹੀਂ ਹੁੰਦਾ। ਜੇ ਅਸੀਂ ਗਲਤ ਕੰਮ ਕਰਾਂਗੇ ਕਾਨੂੰਨ ਸਾਡੇ ਤੇ ਵੀ ਲਾਗੂ ਆ, ਜੇ ਉਹਨਾਂ ਨੇ ਗਲਤ ਕੰਮ ਕੀਤਾ ਤਾਂ ਉਹਨਾਂ ਤੇ ਵੀ ਲਾਗੂ ਆ। ਸੋ ਕਾਨੂੰਨ ਦੇ ਮੁਤਾਬਕ ਕਾਰਵਾਈ ਹੋ ਰਹੀ ਹੈ। चीमा साहब एक बड़ा गंभीर आरोप है कि 25 करोड़ रुपए ਜਿਹੜਾ ਚੰਨੀ ਨੇ 31 ਜਨਵਰੀ ਨੂੰ ਦਿੱਤਾ ਸੀ, ਸੌਰੀ ਦਸੰਬਰ ਨੂੰ, ਤੁਸੀਂ ਵਿਆਜ ਸਮੇਤ ਉਹਨਾਂ ਨੂੰ ਵਾਪਸ ਲਿੱਤਾ, ਉਹੀ 25 ਕਰੋੜ ਰੁਪਏ ਹੈ। ਤੁਸੀਂ ਬਾਅਦ ਚ ਜਦੋਂ ਵੋਟਾਂ ਆਈਆਂ ਉਸੇ ਵੇਲੇ ਤੁਸੀਂ ਕੀ ਕਹਿੰਦੇ ਉਹਨੂੰ ਫਿਰ ਵਾਪਸ ਜਿਹੜਾ ਬੰਦਾ ਸੰਤ ਨੂੰ ਦੇ ਕਰਕੇ ਆਏ ਹੋ। ਤੇ ਅਗਰ ਤੁਸੀਂ ਚੰਨੀ पे आरोप ਲਾ ਰਹੇ ਹੋ ਕਿ ਵੋਟਾਂ ਖਾਤੇ ਕੀਤਾ ਗਿਆ, ਤਾਂ ਤੁਸੀਂ ਵੀ ਤਾਂ ਉਹੀ ਕੰਮ ਕਰ ਰਹੇ ਹੋ। ਬਿਲਕੁਲ ਨਹੀਂ ਜੀ। ਬਹੁਤ ਥੋੜਾ, ਜਦੋਂ ਤੁਸੀਂ ਚੈੱਕ ਦੀ ਗੱਲ ਕਰ ਰਹੇ ਹੋ, ਥੋੜਾ ਸਮਾਂ ਪਹਿਲਾਂ ਸਾਡੇ ਕੋਲੇ ਜਿਹੜੀ ਡੇਰਾ ਬੱਲਾਂ ਦੀ ਇੱਕ ਰਜਿਸਟਰਡ ਕਮੇਟੀ ਬਣੀ ਹੋਈ ਆ, ਜਿਹਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੀ ਮੈਂਬਰ ਨੇਗੇ। ਜਦੋਂ ਉਹਨਾਂ ਨੇ ਅਪਰੋਚ ਕੀਤਾ ਤਾਂ ਉਸੇ ਸਮੇਂ ਇਹ ਫਾਈਲ ਮੇਰੇ ਕੋਲੇ ਆਈ ਤਾਂ ਮੈਂ ਉਹ ਬਹੁਤ ਲੰਬਾ ਅਰਸਾ ਅਸੀਂ ਪਹਿਲਾਂ ਕਲੀਅਰ ਕਰ ਚੁੱਕੇ ਸੀ। ਅਸੀਂ ਇਹ ਨਹੀਂ ਕਿ ਕੋਡ ਆਫ ਕੰਡਕਟ ਲੱਗਣ ਤੋਂ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਕੀਤਾ ਗਿਆ। ਅਸੀਂ ਤਾਂ ਉਸ ਤੋਂ ਕਾਫੀ ਲੰਬਾ ਅਰਸਾ ਇਸ ਕਮੇਟੀ ਨੂੰ ਇਹ ਪੈਸੇ ਜਾਰੀ ਕਰ ਚੁੱਕੇ ਸੀ, ਜਿਹੜੀ ਸਾਡੇ ਸਾਹਮਣੇ ਗੱਲ ਆਈ ਸੀ। ਚੀਮਾ ਸਾਹਿਬ ਇੱਕ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਹੈ। ਉਹ ਕਹਿੰਦੇ ਕਿ ਛੁੱਟੀ ਵਾਲੇ ਦਿਨ ਚੰਨੀ ਨੂੰ ਫੜਨ ਵਾਸਤੇ ਵਿਜੀਲੈਂਸ ਨੇ ਸਾਰਾ ਕੁਝ ਕੀਤਾ ਹੈਗਾ ਤੇ ਬੁਖਲਾਟ ਹੈ। ਕਹਿੰਦੇ ਮੈਂ ਸਵਾਲ ਪੁੱਛੇ ਸੀ ਸਰਕਾਰ ਨੂੰ ਤੇ ਸਵਾਲਾਂ ਦੇ ਦੇਖੋ ਇਹ ਨਹੀਂ ਹੁੰਦਾ, ਜਿਹੜਾ ਕਾਨੂੰਨ ਵਿਵਸਥਾ ਜਾਂ ਕਾਨੂੰਨ ਆ ਉਹ ਕੋਈ ਇਹ ਨਹੀਂ ਹੁੰਦਾ ਕਿ ਛੁੱਟੀ ਵਾਲੇ ਦਿਨ ਬੰਦ ਹੋ ਜਾਂਦਾ ਕਾਨੂੰਨ। ਕਾਨੂੰਨ ਜਿਹੜਾ ਉਹ 24 ਘੰਟੇ ਲਗਾਤਾਰ ਕੰਮ ਕਰਦਾਗਾ। ਕਾਨੂੰਨ ਲਾ ਦੀਆਂ ਫੋਰਸਸ ਏਜੰਸੀਆਂ ਨੇਗੀਆਂ। ਲਾ ਜਿਹੜਾ ਹੈਗਾ, ਲਾ ਆਫ ਦੀ ਲੈਂਡ ਆ ਜਿਹੜਾ, ਉਹ 24 ਘੰਟੇ ਇਨ ਵਰਕਿੰਗ ਕੰਡੀਸ਼ਨ ਚ ਹੁੰਦਾ। ਇਹ ਨਹੀਂ ਹੁੰਦਾ ਕਿ ਉਹ
ਛੁੱਟੀ ਤੇ ਚਲਾ ਜਾਂਦਾ ਗਾ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਛੁੱਟੀ ਤੇ ਚਲਾ ਜਾਂਦਾ ਗਾ। ਸੋ ਲਾਅ ਦੀਆਂ ਏਜੰਸੀਆਂ 24 ਘੰਟੇ ਕੰਮ ਕਰੇ ਤਾਂ ਮਤਲਬ ਤਾਂ ਮੇਰੇ ਹੋ ਗਿਆ ਕਿ ਆਪਾਂ ਸ਼ਨੀਵਾਰ ਨੂੰ ਕ੍ਰਾਈਮ ਕਰ ਲਿਆ ਕਰਾਂਗੇ, ਸੰਡੇ ਨੂੰ ਕ੍ਰਾਈਮ ਕਰ ਲਿਆ ਕਰਾਂਗੇ। ਸੋ ਬਿਲਕੁਲ ਨਹੀਂ, ਕਾਨੂੰਨ 24 ਘੰਟੇ ਕੰਮ ਕਰਦਾ। ਜਦੋਂ ਵੀ ਕੋਈ ਫੈਕਟ ਏਜੰਸੀ ਦੇ ਸਾਹਮਣੇ ਆਉਂਦਾ, ਕਿਸੇ ਅਫਸਰ ਦੇ ਸਾਹਮਣੇ ਆਉਂਦਾ ਤਾਂ ਉਸੇ ਸਮੇਂ ਤੇ ਕਾਰਵਾਈ ਹੁੰਦੀ है। आज चन्नी को पकड़ा गया है, आज ही अरविंद केजरीवाल को नोटिस किया गया, इसको किस तरह से देखते हैं? कैसे? चन्नी जी को भी आज नोटिस बुलाया गया और दूसरी तरफ अरविंद केजरीवाल जी को सीबीआई का नोटिस मिला, इस घटना को किस तरह से देखते हैं दोनों? देखिए, हाँ, अरविंद केजरीवाल जी बाहर वो नेता हैं जो लगातार बीजेपी को हर स्तर पे घेर रहे हैं। बीजेपी के जितने भी काले कारनामे हैं देश के अंदर, उनको हम लगातार उनका विरोध कर रहे हैं कि कैसे देश को अडानियों अबानियों की तरफ बेचा जा रहा है, कि कैसे देश को कारपोरेट के पक्ष में बेचा जा रहा है, उनको पंजाब देश को बेच रहे हैं, कैसे कि देश के किसान को जब 3 काले कानून आए थे सबसे पहले अरविंद केजरीवाल जी किसानों के पक्ष में खड़े थे। मैं समझ तो आज बीजेपी बदला ले रही है, पर लेकिन पंजाब के बच्चे को पता है कि पंजाब में सबसे ज़्यादा भ्रष्टाचार पंजाब में हुआ था जब कांग्रेस पार्टी की सरकार थी। आप बताइए, इतने बड़े स्तर पे पंजाब के ऊपर इन्होंने कर्ज बढ़ा दिया और किसी को सहूलत दी, किसी को सहूलत मिली? और आम आदमी पार्टी की सरकार है, पहले साल ही इतनी बड़ी बड़ी हमने तमाम जो सहूलतें दे दी है। ਸੁਖਬੀਰ ਬਾਦਲ ਨੇ ਇੱਕ ਪੀਐਮ को ਲੈਟਰ ਲਿਖਿਆ ਹੈ, ਪੀਐਮ ਨੂੰ ਲੈਟਰ ਲਿਖਿਆ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਇਨੋਸੈਂਟ ਸਿੱਖ ਯੂਥ ਵੂਮਨ ਐਂਡ ਚਿਲਡਰਨ ਨਾਟ ਸਪੇਅਰਡ ਬਾय ਆਮ ਆਦਮੀ ਪਾਰਟੀ। ਉਹ ਕਹਿੰਦੇ ਜਿਹੜੇ ਐਨਐਸਏ ਯੂਏਪੀਏ ਜਿਹੜੇ ਲਾਏ ਜਾ ਰਹੇ ਨੇ ਇਨੋਸੈਂਟ ਨੇ, ਇੱਕ ਲੈਟਰ ਜਿਹੜਾ ਹੈਗਾ ਪੀਐਮ ਨੂੰ ਲਿਖਿਆ ਗਿਆ, ਉਹ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ? ਕਈ ਚੀਜ਼ਾਂ ਦਾ ਜਿਵੇਂ ਜ਼ਿਕਰ ਕੀਤਾ ਗਿਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਹੁੰਦਾਗਾ, ਜਦੋਂ ਪਾਵਰ ਦੇ ਵਿੱਚ ਹੁੰਦਾਗਾ, ਉਦੋਂ ਸਿੱਖ ਪੰਥ ਦਾ ਘਾਣ ਸਭ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ। ਸਭ ਤੋਂ ਜ਼ਿਆਦਾ ਬਦਨਾਮੀ ਜਿਹੜੀ ਆ ਸਿੱਖ ਪੰਥ ਦੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਅਕਾਲੀ ਦਲ ਕਰਵਾਉਂਦਾਗਾ। ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾਗਾ, ਜਦੋਂ ਸੱਤਾ ਤੋਂ ਬਾਹਰ ਚਲਾ ਜਾਂਦਾਗਾ, ਔਰ ਉਸ ਸਮੇਂ ਫਿਰ ਇਹਨਾਂ ਨੂੰ ਪੰਥਕ ਮੁੱਦੇ ਯਾਦ ਆਉਂਦੇ ਨੇਗੇ। ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ 3 ਕਾਲੇ ਕਾਨੂੰਨ ਆਏ ਸੀਗੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ, ਉਹਨਾਂ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਮੇਂ ਵਜ਼ੀਰ ਸੀਗੇ, ਬੈਠ ਕੇ ਉਹਨਾਂ ਕਾਲੇ ਕਾਨੂੰਨ ਤੇ ਦਸਤਖਤ ਕੀਤੇ ਸੀਗੇ, ਉਹਨਾਂ ਦੀ ਸਪੋਰਟ ਕੀਤੀ ਸੀ। ਜਦੋਂ ਪੰਜਾਬ ਦੇ ਲੋਕਾਂ ਨੇ ਘੇਰਿਆ, ਉਸ ਤੋਂ ਬਾਹਰ ਰਿਜ਼ਾਈਨ ਕੀਤਾ ਸੀਗਾ। ਸੋ ਇਹ ਡਬਲ ਸਟੈਂਡਰਡ ਦੇ ਲੋਕ ਇਹਨਾਂ ਤੇ ਕੋਈ ਮੂੰਹ ਨਹੀਂ ਲਾਉਂਦਾ। ਸਰ, ਕਾਂਗਰਸ ਦਾ ਕਹਿਣਾ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਤੇ ਕੋਈ ਵੀ ਕਾਰਵਾਈ ਹੁੰਦੀ ਤਾਂ ਕਹਿੰਦੇ ਕਿ ਭਾਜਪਾ ਸੀਬੀਆਈ ਨੂੰ ਕੰਟਰੋਲ ਕਰ ਰਹੀ ਹੈ। ਕਹਿੰਦੇ ਜਦੋਂ ਪੰਜਾਬ ਚ ਹੁੰਦੀ ਤਾਂ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਵਿਜੀਲੈਂਸ ਨੂੰ ਕੰਟਰੋਲ ਕਰ ਰਹੀ ਹੈ। ਦੇਖੋ, ਮੈਂ ਫਿਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਵਿਜੀਲੈਂਸ ਦੇ, ਪੰਜਾਬ ਪੁਲਿਸ ਦੇ ਬਿਲਕੁਲ ਜੋ ਕਾਨੂੰਨ ਨੇ ਤਾਕਤਾਂ ਬਖਸ਼ੀਆਂ ਨੇਗੀਆਂ, ਜੋ ਕਾਨੂੰਨ ਨੇ, ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੁਆਰਾ ਬਣਾਏ ਕਾਨੂੰਨ ਨੇ, ਜਿਹੜੀਆਂ ਤਾਕਤਾਂ, ਜਿਹੜੇ ਵਿੰਗਸ ਨੂੰ, ਜਿਹੜੇ ਲਾਫ ਦੀ ਲੈਂਡ ਨੂੰ ਪ੍ਰੋਵਾਈਡ ਕੀਤੀਆਂ ਨੇਗੀਆਂ, ਉਸ ਦੇ ਤਹਿਤ ਕਾਰਵਾਈ ਹੋ ਰਹੀ ਹੈ। ਥੈਂਕ ਯੂ। ਚੀਮਾ ਸਾਹਿਬ, ਤੁਸੀਂ ਬਾਰ-ਬਾਰ ਅੱਜ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਦੀ ਗੱਲ ਕਰ ਰਹੇ ਨੇ। ਤੁਹਾਡੀ ਸਰਕਾਰ ਪਹਿਲੀ ਸਰਕਾਰ ਆ ਕਿ ਜਿਹਨੇ ਸਟੇਟ ਦੇ ਵਿੱਚ ਬਾਬਾ ਸਾਹਿਬ ਦਾ ਰਾਜਪੱਤਰੀ ਸਮਾਗਮ ਨਹੀਂ ਮਨਾਇਆ। ਦੇਖੋ, ਕੋਡ ਆਫ ਕੰਡਕਟ ਲੱਗਣ ਦੇ ਕਾਰਨ ਇਹ ਸਮਾਗਮ ਜਿਹੜਾ ਨਹੀਂ ਹੋ ਸਕਿਆ, ਬੜੀ ਜਲਦੀ ਬਣਾਵਾਂਗੇ। ਥੈਂਕ ਯੂ। ਅਗਲਾ ਸਵਾਲ ਤਾਂ ਪੂਰਾ ਸਵਾਲ ਹੋ ਜਾਣਾ ਮੇਰਾ। ਉਹ ਜਿਹੜਾ ਚਰਨਜੀਤ ਸਿੰਘ ਚੰਨੀ ਆ, ਉਹ ਇਹ ਗੱਲ ਕਹਿ ਰਿਹਾ ਕਿ ਮੈਂ 20 ਤਰੀਕ ਨੂੰ ਜਾਣ ਨੂੰ ਤਿਆਰ ਸੀਗਾ, ਵੀ ਅੱਜ ਮੈਨੂੰ ਇਸੇ ਕਰਕੇ ਰੋਕਿਆ ਗਿਆ ਕਿ ਅੱਜ ਮੈਂ ਜਿਹੜੇ ਵਿਸਾਖੀ ਦੇ ਸਮਾਗਮਾਂ 'ਚ ਜਾਣਾ ਸੀਗਾ, ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਸਮਾਗਮ ਵਿਸਾਖੀ ਦੇ ਮੈਂ ਸਿਪਰ ਸਾਹਿਬ ਤੁਹਾਡੀ ਗੱਲ ਸਮਝ ਗਿਆ। ਵਿਸਾਖੀ ਦੇ ਦਿਹਾੜੇ ਦੇ ਉੱਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੇ ਮਨਾਉਣ ਦੇ ਲਈ